ਧੰਨ ਵਾਹਿਗੁਰੂ ਸਾਹਿਬ ਜੀਓ ਆਸਾ, ਬਾਪ ਦਿਲਾਸਾ ਮੋਰੋ ਕੀਨਾ। ਸੀਜ ਸੁਖਾਲੀ ਮੁਖ ਅੰਮ੍ਰਿਤ ਦੀਨਾ, ਬਾਪ ਦਿਲਾਸਾ ਮੇਰੋ ਕੀਨਾ। ਸੀਜ ਸੁਖਾਲੀ ਮੁਖ ਅੰਮ੍ਰਿਤ ਦੀਨਾ, ਤਿਸ ਪਾਪ ਕੋ ਕਿਉ ਮਨੋ ਵਿਸਾਰੀ। ਆਗੇ ਗਿਆ ਨਾ ਬਾਜੀ ਹਾਰੀ, ਮੋਈ ਮੇਰੀ ਮਾਈ ਹਉ ਖਰਾ ਸੁਖਾਲਾ। ਪਹਿਰੋ ਨਹਿ ਦਗਲੀ ਲਗੈ ਨ ਪਾਲਾ ਰਹਾਉ। ਬਲ ਤਿਸ ਬਾਪੈ ਜਿਨ ਹੋ ਜਾਇਆ, ਪੰਚਾਂ ਤੇ ਮੇਰਾ ਸੰਗ ਚੁਕਾਇਆ। ਪੰਚ ਮਾਰ ਪਾਵਾਂ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਭੀਨੇ। ਪਿਤਾ ਹਮਾਰੂ ਵਡ ਗੋਸਾਈ, ਤਿਸ ਪਿਤਾ ਪਹਿ ਹਉ ਕਿਉ ਕਰ ਜਾਈ। ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ। ਹਉ ਪੂਤ ਤੇਰਾ ਤੂੰ ਬਾਪ ਮੇਰਾ, ਏਕੈ ਠਾਹਰ ਦੋਹਾਂ ਬਸੇਰਾ। ਕਹੋ ਕਬੀਰ ਜਨ ਏਕੋ ਬੁਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਕਹੋ ਕਬੀਰ ਜਨ ਏਕੋ ਬੁਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ 3 ਤਰ੍ਹਾਂ ਦਾ ਖਜ਼ਾਨਾ ਹੈ। ਇੱਕ ਜੀਵਨ, ਜਨਮ ਅਤੇ ਜੀਵਨ ਜੁਗਤ। ਇਹ ਤਿੰਨੇ ਤਰ੍ਹਾਂ ਦਾ ਖਜ਼ਾਨਾ ਬਖਸ਼ਣ ਵਾਲਿਆਂ ਨੂੰ ਮਾਤਾ ਪਿਤਾ ਕਿਹਾ ਜਾਂਦਾ ਹੈ। ਜਿਨ੍ਹਾਂ ਨੇ ਜਨਮ ਦਿੱਤਾ ਉਹ ਵੀ ਮਾਤਾ ਪਿਤਾ ਨੇ। ਮਾਤ ਪਿਤਾ ਮਿਲ ਪਿੰਡ ਕਮਾਇਆ। ਦੂਜਾ ਗੁਰਮਤਿ ਨੇ ਮਾਤਾ ਪਿਤਾ ਉਹਨਾਂ ਨੂੰ ਵੀ ਕਿਹਾ ਹੈ, ਹਰਿ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗਤ ਦਿਖਾਇਆ। ਮਾਤਾ ਪਿਤਾ ਦੇ ਸੁਮੇਲ ਤੋਂ ਪਿੰਡ ਬਣ ਗਿਆ, ਸਰੀਰ ਬਣ ਗਿਆ, ਪਰ ਇਹ ਮਿੱਟੀ ਦਾ, ਇਹ ਮਾਸ ਦਾ ਲੋਥੜਾ, ਇਹਦੀ ਕੌਡੀ ਕੀਮਤ ਨਹੀਂ ਸੀ ਜੇ ਵਿੱਚ ਜੀਓ ਨਾ ਹੁੰਦਾ। ਜਿਸ ਵਾਹਿਗੁਰੂ ਜੀ ਨੇ ਜੀਓ ਬਖਸ਼ਿਸ਼ ਕੀਤਾ ਹੈ, ਗੁਰਮਤਿ ਗੁਰਬਾਣੀ ਉਹਨੂੰ ਵੀ ਮਾਤਾ ਪਿਤਾ ਵਾਂਗੂ ਕਹਿ ਕੇ ਸਨਮਾਨ ਦਿੰਦੀ ਹੈ। ਜਨਮ ਵੀ ਮਿਲ ਗਿਆ, ਜੀਵਨ ਵੀ ਮਿਲ ਗਿਆ, ਪਰ ਜੀਵਨ ਜੁਗਤ ਨਾ ਹੋਵੇ ਤਾਂ ਵੀ ਮਨੁੱਖ ਹੀਰੇ ਵਰਗੇ ਜਨਮ ਨੂੰ ਕੌਡੀਆਂ ਬਦਲੇ ਵੇਚ ਜਾਂਦਾ ਹੈ, ਬੇਕਾਰ ਕਰ ਜਾਂਦਾ ਹੈ। ਧੰਨ ਹੈ ਗੁਰੂ ਜੀ ਦੀ ਕਿਰਪਾ ਦੇ ਨਾਲ ਜੀਵਨ ਜੁਗਤ ਮਿਲੀ। ਜੀਵਨ ਜਿਉਣਾ ਕਿਵੇਂ ਹੈ? ਗੁਰਬਾਣੀ ਵਿੱਚ ਇਸ ਨੂੰ ਵੀ ਮਾਤਾ ਪਿਤਾ ਕਿਹਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ।
ਵਕਤ ਦੇ ਵਰਤਾਰਿਆਂ ਨੇ ਮਨੁੱਖ ਦੇ ਜੀਵਨ ਵਿੱਚ ਬਹੁਤ ਕੁਝ ਤਬਦੀਲ ਕਰ ਦਿੱਤਾ। ਕਦੇ ਵਕਤ ਸੀ ਜੁਆਇੰਟ ਫੈਮਲੀਜ਼ ਹੁੰਦੀਆਂ ਸਨ, ਇਕੱਠੇ ਪਰਿਵਾਰ ਹੁੰਦੇ ਸੀ, ਇਕੱਠਿਆਂ ਬੈਠ ਕੇ ਖਾਣਾ, ਇਕੱਠਿਆਂ ਬੈਠ ਕੇ ਹੱਸਣਾ ਖੇਡਣਾ, ਇਕੱਠਿਆਂ ਬੈਠ ਕੇ ਦੁੱਖ ਸੁੱਖ ਦੀ ਸਾਂਝ ਪਾਉਣੀ। ਟੈਕਨੋਲੋਜੀ ਨੇ ਦੂਜਿਆਂ ਨੂੰ ਦੂਰ ਦੂਰ ਕਰਕੇ ਆਪਣੀ ਥਾਂ ਬਣਾ ਲਈ। ਅੱਜ ਸਾਰੇ ਰਿਸ਼ਤੇ ਇੱਕ ਦੂਜੇ ਤੋਂ ਦੂਰ ਨੇ। ਕੇਵਲ ਰਿਸ਼ਤੇ ਹੀ ਦੂਰ ਨਹੀਂ ਕੀਤੇ, ਵਕਤ ਦੀ ਨਜ਼ਾਕਤ ਨੇ ਵਿੱਚ ਕੰਧਾਂ ਖੜੀਆਂ ਕਰ ਦਿੱਤੀਆਂ। ਅਸੀਂ ਆਪਣੇ ਆਪਣੇ ਬੈਡਰੂਮ ਬਣਾ ਲਏ ਔਰ ਅੱਜ ਮਨੁੱਖ ਦੀ ਸਾਂਝ ਇੰਨੀ ਟੁੱਟ ਗਈ, ਇਹਨੂੰ ਜਨਮ ਦੇਣ ਵਾਲੇ ਪਿਤਾ ਦਾ ਵੀ ਇੱਕ ਦਿਨ ਰੱਖਣਾ ਪਿਆ ਵੀ ਉਹਦਾ ਵੀ ਇੱਕ ਦਿਨ ਮਨਾਈਏ। ਕਿੱਡੀ ਬਦਕਿਸਮਤੀ ਹੈ, ਆਪਣੇ ਪਿਤਾ ਨੂੰ ਯਾਦ ਕਰਨ ਵਾਸਤੇ ਵੀ 365 ਦਿਨਾਂ 'ਚ ਇੱਕ ਦਿਨ ਚੁਣਨਾ ਪਿਆ, ਜਦ ਕਿ ਉਹ ਤਾਂ ਕਦੇ ਵੀ ਨਹੀਂ ਸੀ ਭੁੱਲਣਾ ਚਾਹੀਦਾ। ਭਾਈ ਗੁਰਦਾਸ ਜੀ ਦਾ ਇੱਕ ਨਿੱਕਾ ਜਿਹਾ ਬੋਲ ਕਹਿ ਕੇ ਮੈਂ ਗੱਲ ਅੱਗੇ ਤੋਰ ਦੇਣੀ ਹੈ। ਭਾਈ ਸਾਹਿਬ ਆਖਦੇ ਨੇ, ਕਹਿੰਦੇ ਮੈਂ ਉਸ ਮਨੁੱਖ ਨੂੰ ਬਹੁਤ ਵੱਡਾ ਪਾਪੀ ਸਮਝਣਾ ਹੈ। ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਵਿੱਚੋਂ ਵਿੱਚੋਂ ਬੋਲ ਕਵਾਂਗਾ, ਮਾਂ ਬਾਪ ਨੂੰ ਛੱਡੀ ਬੈਠਾ ਹੈ ਤੇ ਧਾਰਮਿਕ ਗ੍ਰੰਥਾਂ ਦੀ ਕਥਾ ਕਰਦਾ ਸੁਣਦਾ ਹੈ, ਧਾਰਮਿਕ ਸਥਾਨਾਂ ਤੇ ਜਾਂਦਾ ਹੈ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਇਹ ਬੋਲ ਮੇਰੇ ਹੁੰਦੇ ਤੁਸੀਂ ਇਤਰਾਜ਼ ਕਰਨਾ ਸੀ, ਇਹ ਬੋਲ ਭਾਈ ਗੁਰਦਾਸ ਜੀ ਦੇ ਨੇ। ਮਾਂ ਪਿਓ ਨੂੰ ਛੱਡ ਕੇ ਧਾਰਮਿਕ ਸਥਾਨਾਂ ਤੇ ਜਾ ਜਾ ਕੇ ਦਾਨ ਕਰਨਾ ਹੈ, ਗੁਰਮਤਿ ਕਹਿੰਦੀ ਉਹ ਬੇਈਮਾਨ ਹੈ ਜਿਸ ਨੇ ਆਪਣੇ ਮਾਂ ਪਿਓ ਦੀ ਕਦਰ ਨਾ ਕੀਤੀ। ਗੁਰਮਤਿ ਨੇ ਕਿੱਡਾ ਪਿਆਰਾ ਸ਼ਬਦ ਬਖਸ਼ਿਸ਼ ਕੀਤਾ ਹੈ, ਗ੍ਰਿਸ਼ਟੀ ਜੀਵਨ ਵਿੱਚੋਂ ਹੀ ਸਾਰੀਆਂ ਉਦਾਹਰਨਾਂ ਲਈਆਂ ਨੇ। ਗੁਰਬਾਣੀ ਵਿੱਚ ਕਿੱਡਾ ਪਿਆਰਾ ਰਿਸ਼ਤਾ ਹੈ ਬਾਬਲ ਦਾ। ਸਤਿਗੁਰੂ ਆਖਦੇ ਨੇ, ਜਿਉਂ ਬਾਰਕ ਪਿਤਾ ਉੱਪਰ ਕਰੇ ਬਹੁਮਾਨ। ਕਹਿੰਦੇ ਜਿਵੇਂ ਬੱਚਾ ਹੈ ਨਾ ਆਪਣੇ ਪਿਤਾ ਉੱਤੇ ਮਾਣ ਕਰਦਾ ਹੈ। ਮੈਂ ਬਹੁਤ ਵਾਰੀ ਇੱਕ ਉਦਾਹਰਨ ਦਿੰਦਾ, ਮੰਗਣਾ ਹੋਵੇ, ਕਹਿੰਦੇ ਤੂੰ ਮੰਗਤੇ ਮੰਗੂ ਨਾ ਮੰਗ, ਤੂੰ ਪੁੱਤ ਮੰਗੂ ਮੰਗ। ਮੰਗਤੇ ਨੂੰ ਭਰੋਸਾ ਨਹੀਂ ਹੁੰਦਾ, ਪਤਾ ਨਹੀਂ ਦੇਏਗਾ ਜਾਂ ਨਹੀਂ ਦੇਏਗਾ, ਝਿੜਕ ਮਿਲ ਜਾਏਗੀ। ਪਰ ਪੁੱਤ ਨੂੰ ਭਰੋਸਾ ਹੈ, ਉਹਨੂੰ ਪਤਾ ਵੀ ਨਹੀਂ ਤੂੰ ਕਿਉਂ ਨਹੀਂ ਦੇਏਗਾ। ਉਹ ਜਦੋਂ ਮੰਗ ਨਹੀਂ ਪੂਰੀ ਹੁੰਦਾ ਰੁੱਸ ਕੇ ਬੈਠ ਜਾਂਦਾ। ਪਿਤਾ ਮੰਗ ਵੀ ਪੂਰੀ ਕਰਦਾ ਤੇ ਨਾਲ ਮਿੰਨਤਾਂ ਵੀ ਕਰਦਾ, ਉਹਨੂੰ ਮਨਾਉਂਦਾ ਵੀ ਹੈ। ਕਹਿੰਦੇ ਤੂੰ ਪਿਤਾ ਮੰਗੂ ਮਾਣ ਕਰ, ਜਿਉਂ ਬਾਰਕ ਪਿਤਾ ਉੱਪਰ ਕਰੇ ਬਵਾਨ, ਬੁਲਾਇਆ ਬੋਲੀ ਗੁਰ ਕੇ ਭਾਣ। ਪਿਤਾ ਇੱਕ ਮਾਣ ਹੁੰਦਾ ਹੈ। ਛੋਟੀ ਜਿਹੀ ਇੱਕ ਗਾਥਾ ਕਹਿਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦਾ ਇੱਕ ਘੋੜਾ ਸੀ ਬੜਾ ਪਿਆਰਾ, ਲੈਲਾ ਉਹਦਾ ਨਾਂ ਸੀ। ਉਹਦੇ ਤੇ ਮਹਾਰਾਜਾ ਰਣਜੀਤ ਸਿੰਘ ਹੀ ਸਵਾਰੀ ਕਰਦੇ ਸਨ। ਤਵੇਲੇ ਵਿੱਚ ਜਿੰਨੇ ਨੌਕਰ ਸਨ, ਮਹਾਰਾਜ ਦਾ ਵੱਡਾ ਪੁੱਤਰ ਖੜਕ ਸਿੰਘ ਚਲਾ ਗਿਆ ਤੇ ਘੋੜਾ ਉੱਚੇ ਕੱਦ ਕਾਠ ਵਾਲਾ ਸੀ, ਉਹਨੂੰ ਵਧੀਆ ਲੱਗਿਆ। ਉਹ ਖੁੱਲ੍ਹ ਕੇ ਸਵਾਰੀ ਕਰਨ ਲੱਗਾ। ਨੌਕਰਾਂ ਰੋਕਿਆ ਵੀ ਇਹਦੇ ਤੇ ਕਿਸੇ ਨੂੰ ਹੁਕਮ ਨਹੀਂ ਹੈ ਸਵਾਰੀ ਕਰਨ ਦਾ, ਤੁਸੀਂ ਨਹੀਂ ਕਰ ਸਕਦੇ। ਉਹ ਹੁਣ ਪੁੱਤਰ ਸੀ, ਉਹਨੇ ਪਰਵਾਹ ਨਾ ਕੀਤੀ, ਘੋੜਾ ਲੈ ਕੇ ਚਲਾ ਗਿਆ। ਬਾਹਰ ਲੰਮਾ ਗੇੜਾ ਦੇ ਕੇ ਵਾਪਸ ਆਇਆ। ਜਿਹੜੇ ਵਿਰੋਧੀ ਸਨ ਉਹ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਬੈਠੇ ਗੱਲਾਂ ਕਰ ਰਹੇ ਨੇ ਵੀ ਅੱਜ ਦੇਖਦੇ ਹਾਂ ਆਪਣੇ ਪੁੱਤ ਨੂੰ ਕੀ ਸਜ਼ਾ ਦਿੰਦਾ ਹੈ। ਬਾਕੀਆਂ ਲਈ ਤਾਂ ਸਜ਼ਾ ਵੀ ਜੇ ਮਹਾਰਾਜ ਜੀ ਦੇ ਹੁਕਮ ਦੀ ਉਲੰਘਣਾ ਕਰੇ ਸਜ਼ਾ ਮਿਲਦੀ ਹੈ। ਹੁਣ ਜਦੋਂ ਉਹਨੂੰ ਸਜ਼ਾ ਦੇਣ ਲੱਗੇ, ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਵੀ ਇਹਨੇ ਗਲਤੀ ਕੀਤੀ ਹੈ, ਹੁਕਮ ਅਦੂਲੀ ਕੀਤੀ, ਕੋਰੜੇ ਮਾਰਨੇ ਚਾਹੀਦੇ ਨੇ, ਇਹਦੇ ਹੰਟਰ ਮਾਰਨੇ ਚਾਹੀਦੇ ਨੇ।
ਇਹਨੂੰ ਸਜ਼ਾ ਦੇਣੀ ਚਾਹੀਦੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਇੱਕ ਬਹੁਤ ਪਿਆਰਾ ਵਜ਼ੀਰ ਸੀ ਅਜ਼ੀਜ਼ੁਦੀਨ। ਕਦੇ ਵਕਤ ਮਿਲਿਆ ਫਿਰ ਸਾਂਝ ਪਾਵਾਂਗਾ। ਮੁਸਲਮਾਨਾਂ ਨਾਲ ਬਹੁਤ ਗਹਿਰੀ ਸਾਂਝ ਹੈ ਸਿੱਖੀ ਦੀ, ਬਹੁਤ ਵਫਾਦਾਰ ਰਹੇ ਨੇ। ਅਜ਼ੀਜ਼ੁਦੀਨ ਨੇ ਦੇਖਿਆ ਵੀ ਇਹ ਸਜ਼ਾ ਦੇ ਦੇਗਾ। ਉਹਨੇ ਉਸੇ ਵੇਲੇ ਗੱਲ ਕਹੀ ਵੀ ਮਹਾਰਾਜ ਜੀ ਨੇ ਹੁਕਮ ਅਦੁੱਲੀ ਕੀਤੀ, ਸਜ਼ਾ ਤੇ ਮਿਲਣੀ ਚਾਹੀਦੀ ਹੈ, ਪਰ ਮੇਰਾ ਜੀ ਕਰਦਾ ਮੈਂ ਇੱਕ ਤੋਂ ਸਵਾਲ ਇਹਨੂੰ ਪੁੱਛਾਂ। ਉਹ ਕਹਿਣ ਲੱਗੇ ਪੁੱਛ ਲਓ। ਕਹਿਣ ਲੱਗੇ ਵੀ ਖੜਕ ਸਿੰਘਾ, ਤੈਨੂੰ ਪਤਾ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਹੈ? ਕਹਿੰਦੇ ਹਾਂ ਪਤਾ ਸੀ। ਤੈਨੂੰ ਇਹ ਵੀ ਪਤਾ ਸੀ ਵੀ ਇੱਥੇ ਸਵਾਰੀ ਕਰਨ ਦੀ ਪਾਬੰਦੀ ਹੈ? ਕਹਿੰਦੇ ਇਹ ਵੀ ਪਤਾ ਸੀ। ਜਦੋਂ ਤੈਨੂੰ ਦੋਨੇ ਗੱਲਾਂ ਦਾ ਪਤਾ ਸੀ, ਤੂੰ ਆਪਣੇ ਬਾਪ ਦਾ ਰਾਜ ਸਮਝ ਕੇ ਘੋੜੇ ਤੇ ਸਵਾਰੀ ਕਰ ਲਈ? ਤੇਰੇ ਬਾਪ ਦਾ ਰਾਜ ਹੈ, ਤੈਨੂੰ ਪਤਾ ਨਹੀਂ ਸੀ ਕਿਸੇ ਗੱਲ ਦਾ? ਉਹ ਕਹਿਣ ਲੱਗਿਆ ਮੇਰੇ ਬਾਪ ਦਾ ਹੀ ਤਾਂ ਰਾਜ ਹੈ, ਤਾਂ ਹੀ ਤਾਂ ਮੈਂ ਸਵਾਰੀ ਕੀਤੀ ਹੈ। ਉਹਨੇ ਉਸੇ ਵੇਲੇ ਗੱਲ ਕਹੀ। ਕਹਿਣ ਲੱਗੇ ਅਜ਼ੀਜ਼ੁਦੀਨ ਕਹਿਣ ਲੱਗਿਆ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਤੇ ਸਵਾਰੀ ਨਹੀਂ ਕੀਤੀ, ਇਹਨੇ ਤਾਂ ਆਪਣੇ ਬਾਪ ਦੇ ਘੋੜੇ ਤੇ ਸਵਾਰੀ ਕੀਤੀ ਹੈ। ਕਿਹੜੀ ਚੀਜ਼ ਹੈ ਜਿਹੜੀ ਬਾਪ ਦੇ ਘੋੜੇ ਤੇ ਪਾਬੰਦੀ ਲਾਉਂਦੀ ਹੋਵੇ? ਅਗਰ ਤੇਰੇ ਰਾਜ ਵਿੱਚ ਕੋਈ ਇਹੋ ਜਿਹਾ ਕਾਨੂੰਨ ਬਣਿਆ ਹੋਇਆ ਵੀ ਬਾਪ ਦੇ ਘੋੜੇ ਉੱਤੇ ਪੁੱਤ ਜਾ ਕੇ ਸਵਾਰੀ ਨਹੀਂ ਕਰ ਸਕਦਾ, ਤੇ ਸਜ਼ਾ ਇਹਨੂੰ ਦੇਣੀ ਬਣਦੀ ਹੈ। ਇਹਨੇ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਤੇ ਸਵਾਰੀ ਨਹੀਂ ਕੀਤੀ, ਇਹਨੇ ਤਾਂ ਆਪਣੇ ਬਾਪ ਦੇ ਘੋੜੇ ਤੇ ਸਵਾਰੀ ਕੀਤੀ। ਬਾਪ ਦੇ ਤਾਂ ਮਾਣ ਹੋਣਾ ਚਾਹੀਦਾ ਹੈ। ਉਸੇ ਵੇਲੇ ਉਹਨੇ ਮਨਾ ਕਰ ਦਿੱਤਾ। ਕਹਿਣ ਲੱਗੇ ਇਹਨੂੰ ਕੋਈ ਸਜ਼ਾ ਨਹੀਂ, ਕਿਉਂਕਿ ਤੇ ਬਾਪ ਦਾ ਘੋੜਾ ਹੈ ਨਾ। ਸੱਚ ਕਰਕੇ ਜਾਣਿਓ, ਬਾਪ ਇੱਕ ਜ਼ਿੰਦਗੀ 'ਚ ਬੜਾ ਅਹਿਮ ਰਿਸ਼ਤਾ ਹੈ। ਜਦੋਂ ਇਹ ਤੇ ਆਪਾਂ ਸ਼ਬਦ ਬਹੁਤ ਵਾਰੀ ਪੜ੍ਹ ਲੈਂਦੇ ਹਾਂ, ਬੱਚੇ ਦਾ ਜਨਮ ਦਿਨ ਹੋਵੇ ਤੇ ਮੇਰਾ ਖਿਆਲ ਹੈ ਬਹੁਤੀ ਸੰਗਤ ਨੂੰ ਇਹ ਸ਼ਬਦ ਯਾਦ ਵੀ ਹੈ, ਪੂਤਾ ਮਾਤਾ ਕੀ ਅਸੀਸ। ਉਦੋਂ ਹੀ ਉਹ ਲੱਗਦਾ ਵੀ ਜਿਵੇਂ ਮਾਂ ਨੂੰ ਬਹੁਤ ਵਡਿਆਇਆ ਗਿਆ, ਮੁਬਾਰਕ, ਮਾਂ ਦਾ ਕੋਈ ਘੱਟ ਰਿਸ਼ਤਾ ਨਹੀਂ ਹੈ। ਪਰ ਮੈਂ ਸ਼ਬਦ ਪੜ੍ਹਦਿਆਂ ਖਿਆਲ ਆਇਆ ਮੈਨੂੰ, ਜਦੋਂ ਧੀ ਆਪਣੇ ਬਾਪ ਦਾ ਘਰ ਛੱਡ ਕੇ ਜਾਂਦੀ ਹੈ ਨਾ, ਤੇ ਉਸ ਦਿਨ ਉਹ ਗੱਲ ਬਾਪ ਨੂੰ ਕਹਿੰਦੀ ਹੈ, ਉਸ ਦਿਨ ਉਹ ਮਾਂ ਨੂੰ ਨਹੀਂ ਕਹਿੰਦੀ। ਹੈਰਾਨੀ ਦੀ ਗੱਲ ਹੈ, ਕਿਉਂਕਿ ਜਿਹੜਾ ਮਾਣ ਹੈ ਨਾ ਉਹ ਬਾਪ ਤੇ ਕੀਤਾ ਜਾਂਦਾ ਹੈ। ਉਸ ਦਿਨ ਆਪਣੇ ਬਾਪ ਦਾ ਧੰਨਵਾਦ ਕਰਕੇ ਜਾਂਦੀ ਹੈ। ਵਿਆਹ ਹੁਆ ਮੇਰੇ ਬਾਬੁਲਾ, ਗੁਰਮੁਖੀ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਤੁਕਲਾਤਾ, ਆਪ ਆਪੇ ਗੁਰਮਤਿ ਖਾਦਾ, ਅਕਾਲ ਮੂਰਤ ਵਰ ਪਾਇਆ ਅਬਨਾਸ਼ੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੁਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ। ਪਿਤਾ ਤੂੰ ਬੜੀ ਜ਼ਿੰਮੇਵਾਰੀ ਨਿਭਾਈ। ਜਦੋਂ ਧੀ ਘਰ 'ਚ ਜੰਮ ਪੈਂਦੀ, ਬਾਪ ਬੋਲਣਾ ਸੰਭਾਲ ਲੈਂਦਾ, ਮੈਂ ਕਿਵੇਂ ਬੋਲਾਂ ਕਿਉਂਕਿ ਮੇਰੀ ਧੀ ਹੈ। ਮੈਂ ਕਿਸੇ ਦੀ ਧੀ ਨੂੰ ਕਹਾਂਗਾ, ਜਿੱਦਣ ਘਰ 'ਚ ਧੀ ਜੰਮ ਪੈਂਦੀ ਬਾਪ ਆਪਣੀ ਅੱਖ ਨੂੰ ਸੰਭਾਲ ਲੈਂਦਾ, ਜਿੱਦਣ ਘਰ 'ਚ ਧੀ ਜੰਮ ਪੈਂਦੀ ਬਾਪ ਆਪਣੇ ਕੱਪੜੇ ਨੂੰ ਸੰਭਾਲ ਲੈਂਦਾ। ਹੁਣ ਮੇਰੇ ਘਰ 'ਚ ਧੀ ਹੈ, ਮੈਂ ਘਰ 'ਚ ਕਿਵੇਂ ਵਿਚਰਨਾ? ਮਾਈ ਬਾਪ ਕੋ ਬੇਟਾ ਨੀਕਾ, ਸਹੁਰੇ ਚਤਰ ਜਵਾਈ, ਬਾਲ ਕੰਨਿਆ ਕੋ ਬਾਪ ਪਿਆਰਾ। ਧੀ ਨੂੰ ਬਾਪ ਬਹੁਤ ਪਿਆਰਾ ਹੁੰਦਾ ਹੈ। ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਕਿੱਡਾ ਗਹਿਰਾ ਕਿੱਡਾ ਪਿਆਰਾ ਰਿਸ਼ਤਾ ਹੈ। ਯਾਦ ਰੱਖਿਓ, ਜੇ ਮਾਂ ਹਮੇਸ਼ਾ ਪੁੱਛਦੀ ਆਪਣੇ ਬੱਚੇ ਨੂੰ ਮੇਰੇ ਪੁੱਤ ਨੇ ਕੀ ਖਾਣਾ ਹੈ, ਪਰ ਬਾਪ ਕਦੇ ਨਹੀਂ ਪੁੱਛਦਾ। ਪਰ ਬਾਪ ਹਰ ਵਕਤ ਸੋਚਦਾ ਮੇਰੇ ਪੁੱਤ ਨੇ ਕਿਵੇਂ ਖਾਣਾ ਹੈ। ਮਾਂ ਤੇ ਸੋਚਦੀ ਹੈ ਨਾ ਵੀ ਕੀ ਖਾਣਾ ਹੈ, ਕੀ ਖਾਣਾ ਤੇ ਬੜਾ ਸੌਖਾ ਘਰ 'ਚ ਸਮਾਨ ਪਿਆ ਬਣਾ ਕੇ ਦੇ ਦੇਗੀ, ਪਰ ਮੇਰੇ ਪੁੱਤ ਨੇ ਕਿਵੇਂ ਖਾਣਾ ਹੈ, ਸਾਰੀ ਜ਼ਿੰਦਗੀ ਇਹਨੇ ਰੋਟੀ ਜੋਗਾ ਕਿਵੇਂ ਬਣਨਾ ਹੈ, ਉਹ ਬਾਪ ਸੋਚਦਾ ਹੈ। ਆਖਰੀ ਪਲ ਤੱਕ ਸੋਚਦਾ ਹੈ, ਆਖਰੀ ਸਾਹ ਤੱਕ ਸੋਚਦਾ ਹੈ। ਹਰ ਪਲ ਪਲ ਆਪਣੇ ਬੱਚੇ ਦਾ ਧਿਆਨ ਰੱਖਦਾ ਹੈ। ਜ਼ਿੰਦਗੀ ਭਰ ਕਦੇ ਬਾਪ ਸਹਾਰਾ ਨਹੀਂ ਟੁੱਟਣ ਦਿੰਦਾ। ਇੱਕ ਉਹ ਕੰਧਾ ਹੁੰਦਾ ਹੈ, ਜਦੋਂ ਕਦੇ ਵੀ ਥੱਕ ਕੇ ਆ ਜਾਏ, ਦੁਨੀਆ ਦੇ ਸਾਰੇ ਸਹਾਰੇ ਟੁੱਟ ਜਾਣ, ਪਰ ਬਾਪ ਨਹੀਂ ਕਹਿੰਦਾ ਵੀ ਪੁੱਤ ਤੇਰੇ ਜੋਗਾ ਸਹਾਰਾ ਹੁਣ ਮੇਰੇ ਕੋਲ ਨਹੀਂ ਹੈ। ਧੰਨ ਨੇ ਉਹ ਲੋਕ
ਅਸਲ ਵਿੱਚ ਤੇ ਦੇਖਣਾ ਇਹ ਚਾਹੀਦਾ ਹੈ ਭਈ ਨਿੱਕਿਆਂ ਹੁੰਦਿਆਂ ਨੂੰ ਬਾਪ ਕੰਧਿਆਂ ਤੇ ਚੁੱਕ ਕੇ ਸੰਸਾਰ ਦੇ ਬਰਾਬਰ ਕਰ ਦਿੰਦਾ। ਲੈ ਪੁੱਤ, ਜੇ ਤੂੰ ਉੱਚਾ ਹੋ ਕੇ ਨਹੀਂ ਦੇਖ ਸਕਦਾ ਨਾ, ਮੈਂ ਅੱਜ ਤੈਨੂੰ ਕੰਧੇ ਦਿੰਦਾ, ਤੂੰ ਮੇਰੇ ਕੰਧਿਆਂ ਤੇ ਚੜ ਕੇ ਸੰਸਾਰ ਨੂੰ ਵੇਖ, ਮੈਂ ਤੈਨੂੰ ਇੰਨਾ ਉੱਚਾ ਚੁੱਕ ਦਿੰਦਾ। ਤੇ ਕੱਲ ਪੜ੍ਹਾ ਕੇ ਬਾਪ ਏਡਾ ਉੱਚਾ ਚੁੱਕ ਦਿੰਦਾ, ਲੈ ਪੁੱਤ ਤੂੰ ਉੱਚੀ ਕੁਰਸੀ ਤੇ ਬੈਠ ਕੇ ਹੁਣ ਸੰਸਾਰ ਨੂੰ ਦੇਖ, ਮੈਂ ਆਪਣੀਆਂ ਮਿਹਨਤਾਂ ਦੇ ਨਾਲ ਤੈਨੂੰ ਉੱਚੀ ਕੁਰਸੀ ਤੇ ਬਿਠਾ ਦਿੱਤਾ ਹੈ। ਬਦਕਿਸਮਤੀ ਹੈ, ਏਡੇ ਨਜ਼ਦੀਕੀ ਰਿਸ਼ਤਿਆਂ ਨੂੰ ਵੀ ਮਨਾਉਣ ਲਈ ਸਾਨੂੰ ਦਿਨ ਰੱਖਣਾ ਪਿਆ, ਫਾਦਰ ਡੇ ਦਿਨ ਰੱਖਣਾ ਪਿਆ। ਇਹ ਤਾਂ ਬਹੁਤ ਨੇੜੇ ਦਾ, ਬਹੁਤ ਨਜ਼ਦੀਕੀ ਰਿਸ਼ਤਾ ਸੀ। ਇਹੋ ਜਿਹੀਆਂ ਅਣਗਿਣਤ ਉਦਾਹਰਨਾਂ ਸਾਡੇ ਸਮਾਜ ਵਿੱਚੋਂ ਮਿਲ ਜਾਂਦੀਆਂ ਨੇ। ਇੱਕ ਪੁੱਤ ਪੜ੍ਹ ਕੇ ਆਇਆ, ਡਿਗਰੀ ਕਰਕੇ ਆਇਆ ਬਹੁਤ ਵੱਡੀ। ਜਦੋਂ ਬਾਪ ਦੇ ਸੀਨੇ ਨਾਲ ਲੱਗਿਆ ਨਾ, ਬਾਪ ਦੇ ਧੜਕਦੇ ਦਿਲ ਵਿੱਚੋਂ ਉਹਨੂੰ ਇੱਕ ਆਵਾਜ਼ ਸੁਣੀ, ਕਹਿਣ ਲੱਗਿਆ, ਬਾਪੂ ਹੁਣ ਫਿਕਰ ਨਾ ਕਰ, ਤੂੰ ਬੜਾ ਕਰਜ਼ ਦੇ ਕੇ, ਲੋਕਾਂ ਤੋਂ ਕਰਜ਼ ਲੈ ਲੈ ਕੇ ਮੈਨੂੰ ਪੜ੍ਹਾਇਆ। ਬਾਪੂ ਮੈਨੂੰ ਪਤਾ ਤੇਰਾ ਜੀ ਕਰਦਾ ਹੋਵੇਗਾ ਮੈਂ ਵੀ ਇਹੋ ਜਿਹੇ ਕੱਪੜੇ ਸਵਾਵਾਂ, ਤੇਰੇ ਯਾਰਾਂ ਮਿੱਤਰਾਂ ਦੇ ਪੁੱਤਰਾਂ ਦੀਆਂ ਧੀਆਂ ਦੀਆਂ ਸ਼ਾਦੀਆਂ ਹੁੰਦੀਆਂ ਨੇ, ਤੇਰਾ ਵੀ ਜੀ ਕਰਦਾ ਮੈਂ ਆਪਣੇ ਸੱਜਣ ਮਿੱਤਰ ਵਰਗੇ ਕੱਪੜੇ ਸਵਾ ਕੇ ਜਾਵਾਂ, ਪਰ ਬਾਪੂ ਤੂੰ ਮੇਰੀਆਂ ਫੀਸਾਂ ਭਰਦਿਆਂ ਹੋਇਆਂ ਤੂੰ ਕੱਪੜੇ ਨਹੀਂ ਸਵਾਏ। ਬਾਪੂ ਤੇਰਾ ਵੀ ਜੀ ਕਰਦਾ ਹੋਵੇਗਾ ਮੈਂ ਕੋਈ ਆਰਾਮਦਾਇਕ ਆਪਣਾ ਬੈਡਰੂਮ ਬਣਾਵਾਂ, ਪਰ ਬਾਪੂ ਤੂੰ ਸਾਰੀ ਜ਼ਿੰਦਗੀ ਨਹੀਂ ਬਣਾ ਸਕਿਆ। ਬਾਪੂ ਤੇਰਾ ਵੀ ਜੀ ਕਰਦਾ ਹੋਵੇਗਾ ਮੈਂ ਮਹਿੰਗੀਆਂ ਜੁੱਤੀਆਂ ਪਾਵਾਂ, ਤੂੰ ਨੰਗੇ ਪੈਰੀ ਤੁਰਿਆ। ਅੱਜ ਮੇਰੇ ਕੋਲ ਕਾਰਾਂ ਤਾਂ ਨੇ। ਬੜੇ ਪਿਆਰ ਨਾਲ ਆਂਢ ਗੁਆਂਢ ਲੋਕ ਸਾਰੇ ਇਕੱਠੇ ਹੋਏ ਨੇ। ਪਿਤਾ ਆਪਣੇ ਪੁੱਤ ਦੇ ਕੰਧੇ ਤੇ ਹੱਥ ਰੱਖ ਕੇ ਕਹਿੰਦਾ, ਪੁੱਤ ਫਿਕਰ ਨਾ ਕਰ, ਸਾਰੇ ਕਰਜ਼ੇ ਮੁੜ ਗਏ, ਤੂੰ ਘਰ ਆ ਗਿਆ। ਜਦੋਂ ਤੇਰਾ ਵਿਹੜੇ 'ਚ ਪੈਰ ਪਿਆ ਤੇ ਕਰਜ਼ੇ ਤਾਂ ਮੁੜ ਗਏ, ਫਿਕਰ ਨਾ ਕਰ ਤੂੰ ਕਿਸੇ ਗੱਲ ਦਾ। ਜਦੋਂ ਪਿਓ ਦਾ ਹੱਥ ਕੰਧੇ ਤੇ ਰੱਖਿਆ ਹੋਇਆ ਨਾ, ਤੇ ਲੋਕ ਇਕੱਠੇ ਹੋਏ ਸੀ ਘਰ, ਕਿਉਂਕਿ ਅੱਜ ਪੁੱਤ ਪੜ੍ਹ ਕੇ ਆਇਆ ਸੀ, ਖੁਸ਼ੀ ਸੀ। ਤੇ ਕਿਸੇ ਨੇ ਪੁੱਛ ਲਿਆ, ਕਹਿਣ ਲੱਗੇ, ਵਾਹ ਓਏ ਪੁੱਤਰਾ ਬੜਾ ਸ਼ਕਤੀਸ਼ਾਲੀ ਹੋ ਗਿਆ, ਹੁਣ ਤੇ ਤੂੰ ਬਹੁਤ ਬਲਵਾਨ ਹੋ ਗਿਆ। ਉਹ ਕਹਿੰਦਾ, ਨਹੀਂ ਨਹੀਂ, ਬਲਵਾਨ ਮੇਰਾ ਪਿਤਾ ਹੈ, ਬਲਵਾਨ ਮੇਰਾ ਪਿਤਾ ਹੈ। ਉਹ ਕਹਿਣ ਲੱਗੇ, ਅੱਛਾ, ਇਹ ਤਾਂ ਬੜੀ ਵਧੀਆ ਗੱਲ, ਬੜੀ ਵਧੀਆ ਸਿੱਖੀ ਪੁੱਤ, ਤੂੰ ਇੰਨਾ ਪੜ੍ਹ ਕੇ ਵੀ, ਇੰਨਾ ਸਭ ਕੁਝ ਸਮਝ ਕੇ ਵੀ ਸਾਹਮਣੇ ਖਲੋਤੇ ਬਾਪ ਨੂੰ ਕਹਿ ਰਿਹਾ ਵੀ ਸ਼ਕਤੀਸ਼ਾਲੀ ਤਾਂ ਇਹ ਹੈ। ਬਾਪ ਦੀਆਂ ਅੱਖਾਂ 'ਚ ਪਾਣੀ ਆ ਗਿਆ, ਪੁੱਤ ਮੁੱਲ ਮੋੜ ਦਿੱਤਾ ਮੈਨੂੰ ਅੱਜ। ਉਹਨਾਂ ਨੇ ਇੱਕ ਧਾਰਮਿਕ ਸਮਾਗਮ ਰੱਖਿਆ, ਸਾਰੇ ਰਿਸ਼ਤੇਦਾਰ, ਸਾਰਾ ਆਂਢ ਗੁਆਂਢ, ਸਾਰੇ ਸੱਜਣ ਮਿੱਤਰ ਇਕੱਠੇ ਹੋਏ ਤੇ ਸਮਾਗਮ ਹੋਇਆ ਬੜੀ ਖੁਸ਼ੀਆਂ ਦੇ ਨਾਲ। ਬਾਪ ਦੇ ਕੋਲੋਂ ਸੰਭਿਆ ਨਾ ਗਿਆ ਪਿਆਰ। ਬਾਪ ਕਹਿਣ ਲੱਗਿਆ, ਪੁੱਤ ਜਿਹੜੀ ਗੱਲ ਤੂੰ ਪੜ੍ਹ ਕੇ ਆਇਆ ਸੀ ਨਾ, ਜਿਸ ਦਿਨ ਗੁਆਂਢ ਵਿੱਚ ਕਹਿੰਦਾ ਸੀ, ਅੱਜ ਸਾਰਿਆਂ ਦੇ ਸਾਹਮਣੇ ਕਹਿ। ਆਪਣੇ ਪੁੱਤ ਦੇ ਕੰਧੇ ਤੇ ਹੱਥ ਰੱਖ ਕੇ ਕਹਿਣ ਲੱਗਾ, ਪੁੱਤ ਅੱਜ ਸਾਰਿਆਂ ਦੇ ਸਾਹਮਣੇ ਉਹ ਗੱਲ ਕਹਿ। ਕਹਿੰਦਾ, ਬਾਪੂ ਕਿਹੜੀ? ਕਹਿੰਦਾ, ਕੌਣ ਹੈ ਦੁਨੀਆ 'ਚ ਸਭ ਤੋਂ ਸ਼ਕਤੀਸ਼ਾਲੀ ਬਲਵਾਨ ਕੌਣ ਹੈ? ਪੁੱਤ ਕਹਿੰਦਾ, ਮੈਂ। ਬਾਪ ਦਾ ਸਿਰ ਨੀਵਾਂ ਹੋ ਗਿਆ ਵੀ ਉਸ ਦਿਨ ਤੂੰ 4 ਗੁਆਂਢੀ ਆਏ ਸੀ ਤੇ ਉਸ ਦਿਨ ਤੂੰ ਉਹਨਾਂ ਸਾਹਮਣੇ ਮੇਰਾ ਸਿਰ ਏਡਾ ਉੱਚਾ ਕਰ ਦਿੱਤਾ ਵੀ ਸ਼ਕਤੀਸ਼ਾਲੀ ਤਾਂ ਮੇਰਾ ਬਾਪ ਹੈ। ਤਾਂ ਜਿਹੜਾ ਸਮਾਜ ਕੁੜਮਾਚਾਰੀ ਸਭ ਕੁਝ ਇਕੱਠਾ ਹੋਇਆ ਤੇ ਅੱਜ ਤੂੰ ਕਹਿੰਦਾ ਵੀ ਮੈਂ ਸ਼ਕਤੀਸ਼ਾਲੀ ਹਾਂ। ਬਾਪ ਉਦਾਸ ਜਿਹਾ ਹੋ ਗਿਆ। ਪਤੀ ਪਤਨੀ ਦੀ ਵੀ ਇੱਕ ਬੜੀ ਗਹਿਰੀ ਸਾਂਝ ਹੈ। ਪਤਨੀ ਨੇ ਆਪਣੇ ਪਤੀ ਦੇ ਚਿਹਰੇ ਨੂੰ ਪੜ੍ਹਿਆ ਵੀ ਉਦਾਸੀ ਕਿਹੜੀ ਗੱਲ ਦੀ, ਅੱਜ ਤੇ ਖੁਸ਼ੀਆਂ ਨੇ। ਉਹ ਘੁੰਮਦੇ ਵਿਚਰਦੇ ਆਪਣੇ ਪਤੀ ਦੀ ਬਾਂਹ ਪਕੜ ਕੇ ਪਾਸੇ ਲਿਜਾ ਕੇ ਕਹਿਣ ਲੱਗੀ ਵੀ ਉਦਾਸ ਕਿਹੜੀ ਗੱਲੋਂ?
ਅੱਜ ਤੇ ਆਪਾਂ ਇੰਨੇ ਖੁਸ਼ ਹੈ, ਲੋਕ ਵਧਾਈਆਂ ਦਿੰਦੇ ਨੇ। ਕੱਲ ਤੇਰਾ ਪੁੱਤ ਕਿੱਡੀ ਵੱਡੀ ਉੱਚੀ ਕੁਰਸੀ ਤੇ ਬੈਠੇਗਾ। ਉਹ ਕਹਿੰਦਾ ਮੈਂ ਉਦਾਸ ਤਾਂ ਇਸ ਗੱਲੋਂ ਹੋ ਗਿਆ, ਜਦੋਂ ਪੜ੍ਹ ਕੇ ਆਇਆ ਸੀ ਨਾ, 4 ਬੰਦੇ ਆਂਢ ਗੁਆਂਢ ਇਕੱਠਾ ਹੋਇਆ ਸੀ ਆਪਣਾ, ਤੇ ਉਦੋਂ ਕਿਸੇ ਨੇ ਪੁੱਛਿਆ ਸੀ ਵੀ ਸ਼ਕਤੀਸ਼ਾਲੀ ਕੌਣ ਹੈ, ਇਹਨੇ ਕਿਹਾ ਸੀ ਮੇਰਾ ਬਾਪ ਹੈ। ਤੇ ਅੱਜ ਮੈਂ ਉਹ ਗੱਲ ਕਿਤੇ ਕਹਿ ਬੈਠਾ ਗਲਤੀ ਨਾਲ ਵੀ ਇੰਨੇ ਲੋਕਾਂ ਦੇ ਸਾਹਮਣੇ ਵੀ ਸ਼ਕਤੀਸ਼ਾਲੀ ਕੌਣ ਹੈ, ਅੱਜ ਇਹ ਕਹਿੰਦਾ ਮੈਂ ਹੈ। ਤੇ ਮੈਨੂੰ ਤਾਂ ਬੜਾ ਅਜੀਬ ਜਿਹਾ ਲੱਗਿਆ। ਜਾਂ ਤਾਂ ਉਸ ਦਿਨ ਮੈਨੂੰ ਕਹਿੰਦਾ, ਮਾਂ ਕਹਿੰਦੀ ਭਈ ਮੈਂ ਪੁੱਛ ਲੈਣੀ ਹੈ, ਪੁੱਛ ਲੈਣੀ, ਕੋਈ ਵੱਡੀ ਗੱਲ ਨਹੀਂ। ਮਾਂ ਫਿਰ ਗਈ, ਮਾਂ ਫਿਰ ਜਾ ਕੇ ਪੁੱਛਦੀ, ਕਹਿੰਦੀ ਬਈ ਪੁੱਤ ਤੈਨੂੰ ਭੁਲੇਖਾ ਲੱਗਦਾ ਹੈ ਮੈਨੂੰ ਸ਼ਬਦਾਂ ਦਾ, ਤੂੰ ਇੱਕ ਵਾਰੀ ਦੁਬਾਰੇ ਦੱਸ ਵੀ ਦੁਨੀਆ 'ਚੋਂ ਸ਼ਕਤੀਸ਼ਾਲੀ ਕੌਣ ਹੈ। ਉਹ ਕਹਿੰਦਾ ਮੇਰਾ ਬਾਪ। ਸ਼ੱਕ ਕਿਉਂ ਕਰਦੇ ਹੋ ਤੁਸੀਂ? ਸਭ ਤੋਂ ਸ਼ਕਤੀਸ਼ਾਲੀ ਮੇਰਾ ਬਾਪ। ਹੁਣ ਬਾਪ ਫਿਰ ਹੈਰਾਨ ਹੋ ਗਿਆ ਵੀ ਤੂੰ ਘੜੀ ਘੜੀ ਬਿਆਨ ਬਦਲੀ ਜਾਂਦੇ। ਉਹ ਕਹਿੰਦੀ ਪੁੱਤ ਪਹਿਲਾਂ ਤੂੰ ਕਿਹਾ ਸੀ ਮੇਰਾ ਬਾਪ ਸ਼ਕਤੀਸ਼ਾਲੀ ਹੈ, ਫਿਰ ਤੂੰ ਕਹਿੰਦਾ ਮੈਂ ਸ਼ਕਤੀਸ਼ਾਲੀ ਹਾਂ, ਹੁਣ ਕਹਿੰਦਾ ਫਿਰ ਮੇਰਾ ਬਾਪ ਸ਼ਕਤੀਸ਼ਾਲੀ ਹੈ। ਉਹ ਕਹਿੰਦਾ ਮਾਂ ਗੱਲ ਇੱਕ ਹੋ ਗਈ ਸੀ। ਕਹਿੰਦੀ ਕੀ? ਕਹਿੰਦੇ ਜਿਸ ਦਿਨ ਪਹਿਲੇ ਦਿਨ ਕਿਹਾ ਸੀ ਉਸ ਦਿਨ ਵੀ ਬਾਪ ਮੇਰੇ ਸਾਹਮਣੇ ਖੜਾ ਸੀ, ਪਰ ਜਿਸ ਦਿਨ ਮੈਂ ਹੁਣ ਕਿਹਾ ਸੀ ਸਵੇਰੇ, ਉਸ ਦਿਨ ਬਾਪ ਨੇ ਮੇਰੇ ਕੰਧੇ ਤੇ ਹੱਥ ਰੱਖਿਆ ਹੋਇਆ ਸੀ। ਜਿਹਦੇ ਕੰਧੇ ਤੇ ਹੱਥ ਬਾਪ ਦਾ ਹੋਵੇ ਉਹ ਪੁੱਤ ਬਲਵਾਨ ਹੁੰਦਾ ਹੈ। ਜਦੋਂ ਹੁਣ ਮੇਰੇ ਤੋਂ ਹੱਥ ਫੇਰ ਚੁੱਕ ਕੇ ਸਾਹਮਣੇ ਖਲੋਤਾ ਹੈ ਤੇ ਮੈਨੂੰ ਹੁਣ ਫਿਰ ਮੇਰਾ ਬਾਪ ਹੀ ਬਲਵਾਨ ਲੱਗਦਾ। ਮੈਂ ਕੁਛ ਵੀ ਨਹੀਂ, ਮੈਂ ਜੋ ਕੁਛ ਆਪਣੇ ਬਾਪ ਦੇ ਕਾਰਨ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਜਿਨ੍ਹਾਂ ਕੋਲ ਵੀ ਬਾਪ ਹੈ ਨਾ, ਬਹੁਤ ਪਿਆਰ ਕਰਿਓ ਜੀ। ਪਤਾ ਨਹੀਂ ਕਿੰਨੇ ਕੁ ਸੁਪਨੇ ਉਹਨੇ ਸਾੜ ਕੇ ਤੁਹਾਨੂੰ ਕਾਬਲ ਕੀਤਾ ਹੈ। ਉਹਨੇ ਪਤਾ ਨਹੀਂ ਕਿੰਨੇ ਕੁ ਸੁਪਨੇ ਸਾੜੇ ਹੋਣਗੇ, ਕਿੰਨੇ ਕੁ ਲੋਕਾਂ ਦੀਆਂ ਗੱਲਾਂ ਸੁਣੀਆਂ ਹੋਣਗੀਆਂ। ਬਾਹਰ ਸਾਰੀਆਂ ਸਮਾਜ ਦੀਆਂ ਗੱਲਾਂ ਸੁਣ ਕੇ ਆਪਣੇ ਦਿਲ 'ਚ ਦਫਨ ਕਰ ਲੈਂਦਾ ਸੀ, ਉਹ ਘਰ ਆ ਕੇ ਨਹੀਂ ਸੀ ਦੱਸਦਾ। ਨਕਲੀ ਹਾਸਾ ਹੱਸ ਕੇ ਆਪਣੇ ਬੱਚਿਆਂ ਦੀ ਖੁਸ਼ੀ ਲੈ ਲੈਂਦਾ ਹੈ। ਬੜੀ ਵੱਡੀ ਕੁਰਬਾਨੀ ਹੈ ਬਾਪ ਦੀ। ਸਤਿਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਅੱਜ ਤੈਨੂੰ ਮੈਂ ਬਾਪ ਦੀ ਗੱਲ ਸਮਝਾਵਾਂ, ਬਾਪ ਕੀ ਦਿੰਦਾ ਹੈ। ਜਿੰਨਾ ਚਿਰ ਸਿਰ ਤੇ ਬਾਪ ਹੁੰਦਾ ਹੈ ਨਾ, ਉਹਨਾਂ ਚਿਰ ਬੰਦਾ ਭਾਵੇਂ ਕਿੱਡੀ ਵੱਡੀ ਉਮਰ ਦਾ ਹੋ ਜਾਏ ਆਪਣੇ ਆਪ ਨੂੰ ਅਨਾਥ ਨਹੀਂ ਸਮਝਦਾ। ਬਾਪ ਤੇ ਭਾਵੇਂ ਘਰ 'ਚ ਬੈਠਾ ਵੀ ਹੋਵੇ ਬਜ਼ੁਰਗ, ਦਾ ਤਦ ਵੀ ਸਹਾਰਾ ਹੁੰਦਾ ਹੈ, ਤਦ ਵੀ ਆਸਰਾ ਹੁੰਦਾ ਹੈ। ਸਤਿਗੁਰੂ ਨੇ ਅੱਜ ਪਾਵਨ ਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ ਨੇ। ਬਚਨ ਕਬੀਰ ਸਾਹਿਬ ਦਾ ਹੈ, ਮੈਂ ਉਹੀ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਰਹਾਓ ਬੜਾ ਬੰਦ ਹੈ। ਮੋਈ ਮੇਰੀ ਮਾਈ ਹਉ ਖਰਾ ਸੁਖਾਲਾ। ਜਿਸ ਦਿਨ ਦੀ ਮੇਰੀ ਅਕਲ ਜਿਹੜੀ ਬਹੁਤੀ ਤਰਕਵਾਦੀ ਬਣ ਗਈ ਸੀ ਉਹ ਖਤਮ ਹੋ ਗਈ ਤੇ ਮੈਨੂੰ ਨਿੱਘਾ ਪਿਆਰ ਪੈਦਾ ਹੋ ਗਿਆ। ਯਾਦ ਰੱਖੋ ਜੇ ਬਹੁਤੀ ਅਕਲ ਵੀ ਕਈ ਵਾਰੀ ਬੰਦੇ ਨੂੰ ਇਹ ਸਮਝਣ ਲੱਗ ਪੈਂਦੇ ਆ ਵੀ ਮੈਂ ਆਪਣੇ ਆਪ ਕਰਕੇ ਹੀ ਹਾਂ, ਪਰ ਨਹੀਂ, ਮੈਂ ਸਮਾਜ ਕਰਕੇ ਹਾਂ, ਮੈਂ ਮਾਤਾ ਪਿਤਾ ਦੇ ਪਰਉਪਕਾਰਾਂ ਕਰਕੇ ਹਾਂ। ਪਹਿਰੋਂ ਨਹੀਂ ਦਗਲੀ ਲੱਗੇ ਨਾ ਪਾਲਾ। ਦਗਲੀ ਦਾ ਅਰਥ ਹੁੰਦਾ ਹੈ ਅੱਜ ਦੇ ਜ਼ਮਾਨੇ 'ਚ ਜਾਕਟ ਕਰ ਲਈਏ, ਸੌਖੀ ਜਿਹੀ ਗੱਲ। ਹੁਣ ਮੈਨੂੰ ਇਹੋ ਜਿਹੇ ਕੱਪੜੇ ਪਹਿਨਣ ਦੀ ਵੀ ਲੋੜ ਨਹੀਂ ਪੈਂਦੀ। ਲੱਗੇ ਨਾ ਪਾਲਾ, ਮੇਰੇ ਪਿਓ ਦੀ ਗੋਦ ਵਿੱਚ ਹੀ ਇੰਨਾ ਨਿੱਘ ਹੈ, ਇੰਨਾ ਸੁੱਖ ਹੈ, ਮੈਨੂੰ ਹੁਣ ਲੋੜ ਨਹੀਂ ਪੈਂਦੀ ਬਾਕੀ ਚੀਜ਼ਾਂ ਦੀ। ਗੁਰਮਤ ਬਹੁਤ ਕੁਝ ਸਮਝ ਆਉਂਦੀ। ਮੈਂ ਤੇ ਹੈਰਾਨ, ਜ਼ਿੰਦਗੀ ਦਾ ਕੋਈ ਕੋਣਾ ਅਜਿਹਾ ਨਹੀਂ ਜਿਹਨੂੰ ਗੁਰਮਤ ਨੇ ਨਾ ਰੁਸ਼ਨਾਇਆ ਹੋਵੇ। ਹਰ ਰਿਸ਼ਤੇ ਨੂੰ ਰੁਸ਼ਨਾਇਆ ਹੋਇਆ, ਪਰ ਕਦੇ ਗੁਰੂ ਨਾਲ ਸਾਂਝ ਬਣਾ ਕੇ ਤਾਂ ਦੇਖੀਏ ਪਿਆਰ ਵਾਲਿਓ। ਫਿਰ ਉਹਨੂੰ ਕਿਸੇ ਚੀਜ਼ ਦੀ ਮੁਤਾਜ਼ਗੀ ਨਹੀਂ ਰਹਿੰਦੀ। ਕਿਤੇ ਗੁਰੂ ਮਿਲ ਜਾਏ, ਕਿਤੇ ਸਮਝ ਆ ਜਾਏ ਸਾਨੂੰ ਰਿਸ਼ਤਿਆਂ ਦੀ। ਲੋਕ ਘਰ-ਬਾਰ ਛੱਡ ਕੇ ਜਾ ਰਹੇ ਸੀ, ਗੁਰੂ ਨਾਨਕ ਸਾਹਿਬ ਜੀ ਨੇ ਗ੍ਰਸਤੀ ਵਿੱਚ ਰਹਿ ਕੇ ਆਪਣੇ ਰਿਸ਼ਤਿਆਂ ਦੀ ਪਾਲਣਾ ਕਰਕੇ ਮਾਲਕ ਦੇ ਚਰਨਾਂ ਵਿੱਚ ਜੁੜਨ ਦੀ ਜਾਚ ਸਿਖਾਈ ਹੈ। ਇੱਕ ਛੋਟੀ ਜਿਹੀ ਗਾਥਾ ਮੈਂ ਹੋਰ ਕਹਿਣੀ ਚਾਹੁੰਦਾ, ਉਹ ਬਹੁਤ ਵਾਰੀ ਬੇਨਤੀ ਕਰਨਾ।
डॉक्टर जसवंत सिंह जी होਰਾਂ ने एक किताब लिखी है, जिन्हां दे संदड़ियां दुरमत वंझै। उन्हें कई किताबां लिखियां ने बड़ियां आला किस्म दियां। ਉਹ 'ਚ एक जिक्र है बड़ा प्यारा। एक धार्मिक स्थान ते इकट्ठ होया भी आपां किसी होर धार्मिक स्थान की यात्रा करके आईए। लोग इकट्ठे हुए, उन्होंने अपने अपने नाम लिखाई, तैयारी हो गई। एक 12-14 सालों की बच्ची आई, कहन लगी बई तुसीं मैनूं भी ले जा सकते हो। वो कहती हाँ ले जाएंगे। कहन लगी मेरे को पैसा कोई नहीं। कहन लगे पैसों की लोड़ कोई नहीं पैनी, लंगर प्रशादा पानी रहशा गुरु घर च मिल जांदियां ने, लोड़ पई तां असीं तेरे नाल है। वो बच्ची भी चले गई। यात्रा करदियां करदियां अचानक तुरियां जांदियां ठोकर वजी पत्थर दी ते उहदे पैर दा अंगूठे दा नौं उतर गया। नौं जिहड़ा सीधा उपर नूं खड़ा हो गया। डॉक्टर जसवंत सिंह वो डॉक्टर सन ते उन्होंने बच्ची नूं देखिया ते देख के कहन लगे भी पुत बड़ी अजीब कहानी बन गई, ये नौं मैनूं उपरों कट्टना पैना। पर मुश्किल यह है भी मेरे को सुन करने वाली कोई चीज़ नहीं, ना कोई इंजैक्शन है, ना कोई इहो जी दवाई है जिन्हों ला के मैं तेरे पैर के अंगूठे नूं सुन कर दियाँ। अंगूठा बिल्कुल नंगा हो गया उपरों, इनू कट्टना पैना है, पट्टी मैं कर दियांगा बाद विच। वो कहनी कोई गल नहीं, कट दिओ। वो कहन लगे बेटे एडा सौखा नहीं जिद्दां तू कह दिता भी तेरियां चीकां निकल जानियां, बर्दाश्त कर लेंगी? वो कहनी हाँ बर्दाश्त कर लेंगे। उन्हें 2-4 होर नूं बुलाया भी पैर घुट के पकड़ लो। वो कहनी नहीं जरूरत नहीं पैनी, तुसीं कट दिओ। हैरानी की गल बच्ची ने अडोल पैर रखे अपना, तो उन्हें डॉक्टर ने नौं कट दिता। नौं कट के पट्टी कर दी ते बड़ी डॉक्टर बड़े हैरान होए भी अक्सर मेरे को मरीज आउंदे ने, बच्चे लेके आउंदे ने ते किन्ना चीख चिहाड़ा पाउंदे ने, माँ बाप नाल हुंदे ने, पर कोई गल नहीं मनदा। ते बड़ी बच्ची किड्डी दलेर है, उन्हें गोद विच लेके एक गल कही, कहन लगे पुत बड़ी तेरे बाप ने तेन सिक्ख्या दी, बड़ी बरमान बनाई है। जेड़ी बच्ची हुण तक अडोल सी ना धाहां मार के रो उठी, बहुत रोई बहुत रोई। डॉक्टर साहब नूं पता ना लगे भी मैं की गल कर बैठा है। आखिर उहदे अथरू पहुंच के कहन लगे ती ये गल दस तू रोई क्यों नहीं? कहन लगी मैं हाथ जोड़दी है, रब अगे अरदास करियो मेरे बाप वर्गा किसी का बाप ना होवे। वो कहते की गल हो गई? कहन लगे मेरी निक्की हुंदी दी मां मर गई सी, मैं लोगों के घर भांडे मांज मांज के लोगों के घर काम कार करके अपने घर का गुजारा चलाउणी है। मेरा बाप उन्होंने घरों जाके मेरे महीना खत्म होने तो पहले ही पैसे ले आउंदा है, कल्ले पैसे ही नहीं लियाउंदा, वो मैनू शराब पी के रज के कुटदा है। मैं लोगों के उतारे हुए कपड़े पहनती हैं, मैं लोगों का छड्या हुआ झूठा खाना खानी है, ना मैनू कदे खाना नसीब होया है पेट भर के, ना कदे पहनण नूं मिलिया। मेरे बाप वर्गा कोई बाप ना होवे, मैं अज चोरी उहदे तो आई हुई है। डॉक्टर साहब दी अखां च पानी आ गया। कहंदे धीए तू एक काम कर सकनी? कहंदी दसो। कहंदे तू बाप ही बदला लै। वो बच्ची नूं एक पासे हासा आवे एक पासे रोना आवे भी तुसीं भी मखौल लागे करन गरीबनी नूं। कदे बाप भी बदलाए जांदे ने? कहंदे हाँ धीए बदलाए जांदे ने। तू अमृत छक लै, तो गुरु गोबिंद सिंह नूं बाप बना लै। मैनू पूरी आस है जे गुरु गोबिंद सिंह बाप बन गया ना तो तेनू उस बाप तो छुटकारा मिल जाएगा। बच्ची ने अमृत छक लिया, घर गई। जदों घर गई तो बाप ने सोटी चुकी, उन्होंने मारन लगा है। सामने शराब की बोतल रखी है, गिलास रखिया होया ते कुछ खाण पीण का समान रखिया है। उस बच्ची ने सोटी पकड़ ली, शराब की बोतल चुकी, चक के घर तो बाहर मारी।
ਬਾਪ ਹੈਰਾਨ ਵੀ ਇਹ ਐਡੀ ਜੁਰਤ ਕਰ ਲਵੇ, ਮੈਂ ਇਹਦੀਆਂ ਹੱਡੀਆਂ ਤੋੜ ਦਿੰਦਾ ਸੀ ਕਦੇ ਠੰਡਾ, ਇਹ ਕਦੇ ਉੱਚੀ ਹੌਂਕਾ ਨਹੀਂ ਸੀ ਲੈ ਪਾਉਂਦੀ, ਤੇ ਅੱਜ ਇਹਦੀ ਐਡੀ ਵੱਡੀ ਜੁਰਤ। ਕਹਿਣ ਲੱਗੇ ਤੈਨੂੰ ਕਿਹਨੇ ਸਹਾਰਾ ਦਿੱਤਾ, ਤੂੰ ਕਿੱਥੇ ਗਈ ਹੈ, ਤੇਰੇ ਵਿੱਚ ਅੱਜ ਇਹ ਤਾਕਤ ਕਿਵੇਂ ਆ ਗਈ, ਤੂੰ ਮੇਰੀ ਛੋਟੀ ਨੂੰ ਪਕੜ ਲਵੇਂ। ਕਹਿਣ ਲੱਗੀ ਪਿਤਾ ਮੈਨੂੰ ਹਜੇ ਵੀ ਤੇਰੇ ਤੇ ਤਰਸ ਆਉਂਦਾ ਬੜਾ, ਛੋਟੀ ਮੈਂ ਤੇਰੀ ਤਾਂ ਪਕੜੀ ਹੈ ਕਿਤੇ ਅੱਜ ਮੇਰੇ ਛੋਟੀ ਨਾ ਮਾਰ ਬੈਠੀ, ਕਿਉਂਕਿ ਮੇਰਾ ਬਾਪੂ ਇੰਨਾ ਤੜਫ ਜਾਏਗਾ ਨਾ, ਜੇ ਉਹਨੇ ਤੇਰੇ ਛੋਟੀ ਮਾਰੀ ਨਾ ਫਿਰ ਮੇਰੇ ਕੋਲ ਵੀ ਨਹੀਂ ਸਹਾਰੀ ਜਾਣੀ। ਕਹਿਣ ਲੱਗੇ ਤੇਰਾ ਬਾਪੂ ਕੌਣ ਹੈ? ਕਹਿਣ ਲੱਗੇ ਮੇਰਾ ਬਾਪੂ ਹੈ ਗੁਰੂ ਗੋਬਿੰਦ ਸਿੰਘ, ਵੇਖੀ ਕਿਤੇ ਗੁਣ ਛੋਟੀ ਨਾ ਮਾਰ ਬੈਠੀ, ਤੈਨੂੰ ਭੁਲੇਖੇ ਵਿੱਚ ਰਵੇਂਗਾ। ਬਾਪ ਦੀ ਹਿੰਮਤ ਖਤਮ ਹੋ ਗਈ, ਛੋਟੀ ਸੁੱਟ ਦਿੱਤੀ। ਅੱਜ ਪਹਿਲਾ ਦਿਨ ਹੈ ਜਿਸ ਦਾ ਨਸ਼ਾ ਨਹੀਂ ਪੀਤਾ। ਬੱਚੀ ਆਰਾਮ ਨਾਲ ਆਪਣੇ ਕਮਰੇ 'ਚ ਸੌਂ ਗਈ ਜਾ ਕੇ, ਤੇ ਅੱਧੀ ਰਾਤ ਹੋਈ, ਬੱਚੀ ਦੇ ਪੈਰਾਂ ਵਾਲੇ ਪਾਸੇ ਤੋਂ ਕੁਝ ਖੜਾਕ ਹੋਇਆ, ਉਹ ਡਰ ਕੇ ਉੱਠੀ ਅੱਬੜ ਬਾਹੀ ਵੀ ਕੀ ਹੋ ਗਿਆ। ਕਹਿਣ ਲੱਗੀ ਇੱਥੇ ਕਿਉਂ ਬੈਠੇ ਹੋ? ਉਹਨੇ ਹੱਥ ਜੋੜੇ ਕਹਿਣ ਲੱਗੇ ਧੀਏ ਮੈਂ ਤੇ ਸਿਰਫ ਇਹ ਕਹਿਣ ਆਇਆ ਸੀ ਵੀ ਅੱਜ ਮੈਂ ਹਾਰ ਗਿਆ, ਤੇਰਾ ਬਾਪ ਜਿੱਤ ਗਿਆ। ਤੂੰ ਘਰੋਂ ਸ਼ਰਾਬ ਹੀ ਨਹੀਂ ਕੱਢੀ, ਤੂੰ ਇੱਕ ਦੈਂਤ ਨੂੰ ਵੀ ਘਰੋਂ ਕੱਢ ਦਿੱਤਾ ਹੈ। ਇੱਕ ਕੰਮ ਕਰ, ਮੈਨੂੰ ਵੀ ਉਸ ਬਾਪ ਕੋਲ ਲੈ ਚੱਲ ਜਿਹੜੇ 5 ਕਕਾਰ ਤੂੰ ਪਹਿਨ ਕੇ ਆਈ ਹੈ, ਮੈਂ ਵੀ ਹੁਣ ਕਕਾਰ ਪਹਿਨਣੇ ਨੇ। ਤੂੰ ਚੰਗੀ ਧੀ ਸੀ ਤੇ ਚੰਗੀ ਧੀ ਬਣ ਗਈ ਹੈ, ਅੱਜ ਮੈਂ ਚੰਗਾ ਬਾਪ ਬਣ ਕੇ ਵੇਖਣਾ ਚਾਹੁੰਦਾ, ਅੱਜ ਮੈਨੂੰ ਲੈ ਕੇ ਚੱਲ। ਉਹ ਬੱਚੀ ਅੰਮ੍ਰਿਤ ਛਕਾ ਕੇ ਜਦੋਂ ਵਾਪਸ ਆ ਰਹੀ ਸੀ ਤੇ ਰੱਜ ਕੇ ਰੋ ਰਹੀ ਹੈ। ਬਾਪ ਪੁੱਛਦਾ ਪੁੱਤ ਅੱਜ ਕਿਉਂ ਰੋਨੀ ਹੈ? ਕਹਿਣ ਲੱਗੀ ਅੱਜ ਪਹਿਲੀ ਵਾਰੀ ਮੈਂ ਆਪਣੇ ਬਾਪ ਨਾਲ ਘਰ ਚੱਲੀ ਹੈ, ਅੱਜ ਤੱਕ ਕਿਸੇ ਦੈਂਤ ਨਾਲ ਹੀ ਘਰ ਜਾਂਦੀ ਸਾਂ, ਅੱਜ ਪਹਿਲੀ ਵਾਰੀ ਆਪਣੇ ਬਾਪ ਨਾਲ ਘਰ ਚੱਲੀ, ਖੁਸ਼ੀ ਸੰਭਾਲਣੀ ਹੁੰਦੀ। ਪਿਆਰ ਵਾਲਿਓ, ਗੁਰਮਤਿ ਸਿਖਾਉਂਦੀ ਹੈ ਇੱਕ ਬਾਪ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਫਾਦਰ ਡੇ ਮਨਾ ਰਹੇ ਹੋ ਤਾਂ ਇਹਦੇ 'ਚ ਆਪਾਂ ਇਹ ਵੀ ਸਿੱਖੀਏ ਮੇਰੀਆਂ ਜ਼ਿੰਮੇਵਾਰੀਆਂ ਕੀ ਨੇ, ਮੈਨੂੰ ਕਿਹੋ ਜਿਹਾ ਬਾਪ ਬਣਨਾ ਚਾਹੀਦਾ ਹੈ। ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ। ਕਬੀਰ ਸਾਹਿਬ ਦਾ ਬਚਨ ਹੈ, ਬਾਪ ਦਿਲਾਸਾ ਮੇਰੋ ਕੀਨਾ। ਮੇਰੇ ਬਾਪ ਨੇ ਮੈਨੂੰ ਦਿਲਾਸਾ ਦਿੱਤਾ, ਪੁੱਤ ਤੂੰ ਕਾਮਯਾਬ ਹੋਏਗਾ। ਮੇਰੇ ਬਾਪ ਨੇ ਮੈਨੂੰ ਹੌਸਲਾ ਦਿੱਤਾ, ਮੇਰੇ ਬਾਪ ਨੇ ਮੇਰਾ ਹੌਸਲਾ ਕਦੇ ਡਿੱਗਣ ਨਹੀਂ ਦਿੱਤਾ। ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ, ਮੇਰਾ ਜੀਵਨ ਸੁੱਖਾਂ ਭਰਿਆ ਬਣ ਗਿਆ, ਸੁੱਖਾਂ ਦੀ ਸੇਜ ਹੀ ਬਣ ਗਿਆ ਮੇਰਾ ਜੀਵਨ। ਮੁਖ ਅੰਮ੍ਰਿਤ ਦੀਨਾ, ਆਪਾਂ ਦੇਖਿਆ ਹੋਵੇਗਾ ਬੱਚੇ ਨੂੰ ਕਦੇ ਹੱਥ ਵਿੱਚ ਦਵਾਈ ਨਹੀਂ ਦਿੰਦੇ ਮਾਂ ਬਾਪ, ਕਿਉਂਕਿ ਪਤਾ ਬੱਚਾ ਸ਼ੈਤਾਨੀ ਕਰੇਗਾ, ਜਾਂ ਬੱਚਾ ਦੇਖ ਸਕਦਾ ਦਵਾਈ ਉਹ ਲੈਂਦਾ ਨਹੀਂ। ਬਾਪ ਨੇ ਦਵਾਈ ਮੇਰੇ ਮੂੰਹ 'ਚ ਪਾ ਦਿੱਤੀ। ਇੱਕ ਸ਼ਬਦ ਤੁਹਾਨੂੰ ਯਾਦ ਹੋਵੇਗਾ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ। ਮਾਂ ਆਪਣੇ ਬੱਚੇ ਨੂੰ ਗੋਦ ਵਿੱਚ ਪਾ ਕੇ ਚਮਚਾ ਉਹਦੇ ਮੂੰਹ 'ਚ ਪਾਉਂਦੀ, ਉਹਨੂੰ ਪਕੜਾਉਂਦੀ ਨਹੀਂ ਹੈ, ਤੂੰ ਡੋਲ ਦੇਂਗਾ। ਮੇਰੇ ਮਾਲਕ ਨੇ ਕਿਰਪਾ ਕੀਤੀ, ਨਾਮ ਮੇਰੇ ਮੂੰਹ ਵਿੱਚ ਪਾ ਦਿੱਤਾ, ਅੰਮ੍ਰਿਤ ਮੇਰੇ ਮੂੰਹ ਵਿੱਚ ਪਾ ਦਿੱਤਾ। ਪੁੱਤ ਤੂੰ ਡੋਲ ਬੈਠੇਗਾ, ਮੈਂ ਤੇਰੇ ਮੂੰਹ 'ਚ ਹੀ ਪਾ ਦੇਣਾ। ਮੁਖ ਅੰਮ੍ਰਿਤ ਦੀਨਾ, ਕਿਸ ਬਾਪ ਕੋ ਕਿਉਂ ਮਨੋ ਵਿਸਾਰੀ। ਉਸ ਬਾਪ ਨੂੰ ਕਿਵੇਂ ਮਨੋਂ ਭੁਲਾਇਆ ਜਾ ਸਕਦਾ ਹੈ? ਜਿਹੜਾ ਭੁੱਲੇ ਨਾ ਉਹਦੇ ਮਨਾਉਣ ਲਈ ਦਿਨ ਥੋੜਾ ਰੱਖਣਾ ਪੈਂਦਾ। ਫਿਰ ਕਿੱਡਾ ਵਧੀਆ ਕਲਚਰ ਸੀ ਸਾਡਾ, ਸਵੇਰੇ ਮਾਂ ਬਾਪ ਨੂੰ ਪੈਰੀ ਹੱਥ ਲਾ ਕੇ ਪੁੱਛ ਕੇ ਜਾਣਾ, ਕਾਲਜ ਚੱਲੇ ਹੋ, ਜੌਬ ਤੇ ਚੱਲੇ ਹੋ, ਮਿਲ ਕੇ ਜਾਣਾ। ਬਾਪ ਦੇ ਦੋ ਕਹੇ ਹੋਏ ਬੋਲ ਸਾਰੀ ਦਿਹਾੜੀ ਇੱਕ ਨਸ਼ਾ ਬਣ ਕੇ ਰਹਿੰਦੇ ਸਨ, ਸਾਰੀ ਦਿਹਾੜੀ ਨਾਲ ਰਹਿੰਦੇ ਸਨ, ਸਾਰੀ ਦਿਹਾੜੀ ਅਡੋਲਤਾ ਬਖਸ਼ਿਸ਼ ਕਰਦੇ ਸਨ। ਸ਼ਾਮ ਨੂੰ ਆਉਣਾ, ਫਿਰ ਪਿਤਾ ਦੇ ਪੈਰੀ ਹੱਥ ਲਾਉਣੇ, ਉਹਨੇ ਫਿਰ ਪੁੱਛ ਲੈਣਾ, ਤੇ ਜਦੋਂ ਸਾਰੀ ਦਿਹਾੜੀ ਦਾ ਥਕੇਵਾਂ ਲਾ ਦਿੰਦੇ ਸਨ, ਪਿਤਾ ਦੇ ਦੋ ਬੋਲ
ਅੱਜ ਬਾਪ ਵੀ ਇੱਕ ਕਮਰੇ 'ਚ ਬੈਠਾ ਹੈ, ਪੁੱਤ ਜਾਂ ਧੀ ਵੀ ਨਾਲ ਦੇ ਕਮਰੇ 'ਚ ਬੈਠੇ ਨੇ, ਤਰਸਦੇ ਨੇ ਇੱਕ ਦੂਜੇ ਦਾ ਮੂੰਹ ਦੇਖਣ ਨੂੰ। ਇਹੋ ਜਿਹੀ ਟੈਕਨੋਲੋਜੀ ਵੀ ਕੀ ਕਰਨੀ ਹੈ ਜਿਨ੍ਹਾਂ ਨੇ ਸਾਡੇ ਰਿਸ਼ਤਿਆਂ ਦੇ ਵਿੱਚ ਵੀ ਫਿੱਕ ਪਾ ਦਿੱਤੀ। मैं हाथ जोड़ के बेनती करा, लगेगा तो तुहानू बहुत अजीब, क्योंकि जिमें किसी बीमार बंदे नू कहो भी तू एक दिन दवाई तो बिना रह के देख, तो उहदे लई बड़ी बड़ी मुश्किल है। इस तरह मैं बेनती करा, कोई एक दिन फोन तो बिना रह के देखियो भी अज मैं अपने बाप नाल, अज मैं अपनी माँ नाल दिन गुजारना है। उस दिन फिर तुहानू दोबारे फादर डे मनाउण दी लोड़ नहीं होगी, उही फादर डे बन जाएगा। सतगुरु आखते ने, तिस बाप को क्यों मनो विसारी, आगे गया ना बाजी हारी। जिहदी किरपा दे नाल औलाद कदे अपने जीवन की बाजी नहीं हारती। बल तिस बापै जिन हो जाया, बल कुर्बान जाना मैं उस बाप तो जिन्हें मैनू जन्म दिता है। पंचां ते मेरा संग चुकाया, इहो जिहा मैनू सहारा दिता। पंज विकार काबू करन दी भी मैनू जाच सिखाई। पंच मार पावा तल दीने, पंजे विकारां नू मार के उन्हां दा सुभाव बदल के मेरे पैरां दे थल्ले रोल के रख दिते। हर सिमरन मेरा मन तन भीने, हरि दी याद विच, मालिक दी याद विच मेरा मन अते तन भिजिया पिया। पिता हमारो बड़ो गुसाई, पिता हमारो वड गोसाई। मेरा पिता गोसाई का अर्थ होंदा है मालिक। मेरा पिता तो बहुत बड़ा मालिक है मेरा, वो तो हर वक्त ही मैनू सहारा देंदा है, आसरा देंदा है। एक छोटी जी गाथा और कह के फिर आप समाप्ति करिए, बड़ी तवज्जो दे के सुनियो। पिता ने अपनी धी ब्याई, उदों धी ब्याह के मैं बहुत बारी बेनती करना, किड्डा वड्डा जिक्र है माँ बाप का। ब्याह वाले दिन तक उहदी बच्ची दे नाल उहदे फादर का नाम लिखिया हुंदा है, डॉटर ऑफ। पर चेते रखियो, जिस दिन ब्याही जाती है ना, उस दिन वो बाप का घर ही नहीं छड्ड के जाती, बाप का नाम भी छड्ड जाती है। ले पिता तू अज अपना नाम भी ले जा, अज तो बाद मेरे नाम नाल वाइफ ऑफ जुड़ जाना है, तेरा नाम भी अज तो बाद नहीं मैं वरतना। खैर जिहड़ी मैं गल करन लगा सुन। पिता 25 दिनी फोन करके अपनी धी की खबरसार पुछ लैंदा है। अचानक करीब 2 महीने बीत गए, पिता फोन करदा है ते थोड़ी जी गल करदी है बच्ची, नहीं तो बहुती बारी फोन नहीं चुकती। 2 महीनों बाद एक दिन अचानक फोन किया ते अज धी रज के रोई। बाप ने उस वेले पूछा भी पुत की गल, ये तेरा रोना मैनू लगता नहीं कुछ सुखैन होवे। धी ने उस वेले फोन कट दिता। बाप नू सबर किवें आवे। फिर दोबारे फोन किया, फिर दोबारे फोन किया, धी ने फिर चुकिया, कहन लगे पुत सच दस तू किवें रोई सी। वो कहती बापू कई दिन हो गए गलबात होई नूं, वैसे मन भर आया। कहती धीए मैं तेनों पालिया है, मैं तेरे एक दिन तो वाकफ है। ये तेरा रोना वो नहीं सी भी मैं तेन किन्ने महीने हो गए गल नहीं की, ये वो रोना नहीं सी है। कहती बापू सच दसा मैनू बहुत कुटते ने, बहुत मारते ने। पुत किहड़ी गल्लों? बापू तू बड़ा दाज दिता है, पर फिर भी मैनू कहंदे ने भी दाज होर लेके आ, दाज लई मारते ने। पुत किन्ने पैसे मंगते ने? पुत बापू 2 लाख मंगते ने, मैं कित्थों लियावां? मैनू पता तू किवें मेरा ब्याह कीता। बापू कहन लग्या कमलिए आ हुंदा प्यो, कहन लग्या कमलिए तू किड्डी वड्डी गलती कीती। 2 लाख च घरे पिया है, जेड़े तेरे शगन कट्ठे होए सन, कुछ होर पैसे आए सन, सारे पे ने, मैं खर्चे ही नहीं। हालांकि खर्च पैसा एक नहीं।
ਕਿਸੇ ਸ਼ਾਹੂਕਾਰ ਕੋਲ ਗਿਆ, ਜਿਹੜਾ ਛੋਟਾ ਮੋਟਾ ਇੱਕ ਖੇਤ ਬਾਕੀ ਸੀ ਉਹ ਵੀ ਰੱਖ ਕੇ 2 ਲੱਖ ਰੁਪਈਆ ਲੈ ਆਇਆ। ਧੀਏ ਤੂੰ ਕੱਲ ਨੂੰ ਆ ਜਾ, ਤੂੰ ਪੈਸੇ ਲੈ ਜਾ। ਉਹ ਦੂਜੇ ਦਿਨ ਬੜੇ ਚਾਵਾਂ ਨਾਲ ਆਈ ਤੇ ਆ ਕੇ ਬਾਪੂ ਨੂੰ ਮਿਲੀ। ਬਾਪੂ ਨੇ ਆਪਣੀ ਧੀ ਨੂੰ ਬਹੁਤ ਪਿਆਰ ਕੀਤਾ, ਬਹੁਤ ਪਿਆਰ ਕੀਤਾ, ਬੜਾ ਪਿਆਰ ਹੁੰਦਾ ਬਾਪ ਦਾ। ਤੇ ਆਖਰਕਾਰ ਕਹਿਣ ਲੱਗਿਆ, ਕਮਲੀਏ ਇੰਨੇ ਦਿਨ ਹੱਡ ਕਟਵਾਉਂਦੀ ਰਹੀ, ਤੂੰ ਮੈਨੂੰ ਦੱਸ ਤੇ ਦਿੰਦੀ। ਰਾਤ ਰੋ ਆਰਾਮ ਨਾਲ, ਸਵੇਰੇ ਜਾਂਦੀ ਹੋਈ 2 ਲੱਖ ਰੁਪਈਆ ਲੈ ਕੇ ਜਾਈਂ। ਆਹ ਮੈਂ ਪਕੜ ਤੈਨੂੰ ਹੁਣੇ ਸੰਭਾਲ ਦੇਣਾ, ਤੂੰ ਹੁਣੇ ਆਪਣੇ ਕੋਲ ਪਾ ਕੇ ਰੱਖ ਲੈ। ਉਹਨੇ 2 ਲੱਖ ਰੁਪਈਆ ਦਿੱਤਾ, ਉਹਨੇ ਗਿਣ ਕੇ ਆਪਣੇ ਕੋਲ ਸੰਭਾਲ ਲਿਆ। ਸਵੇਰੇ ਚਾਹ ਦਾ ਕੱਪ ਪੀ ਕੇ ਮੈਂ ਚਲੀ ਜਾਵਾਂਗੀ। ਠੀਕ ਹੈ ਪੁੱਤ। ਨਾਲੇ ਪੁੱਤ ਮੈਂ ਇੱਕ ਚੀਜ਼ ਤੈਨੂੰ ਦਾਜ ਵਿੱਚ ਦੇਣੀ ਹੋਰ ਭੁੱਲ ਗਿਆ ਸੀ, ਬੜੀ ਪਿਆਰੀ ਚੀਜ਼ ਹੈ, ਮੈਂ ਤੈਨੂੰ ਉਹ ਵੀ ਸਵੇਰੇ ਦਾਜ ਵਿੱਚ ਦੇ ਦਿਆਂਗਾ। ਤੇ ਮੈਨੂੰ ਆਸ ਹੈ ਵੀ ਉਸ ਤੋਂ ਬਾਅਦ ਵਿੱਚ ਤੇਰੇ ਮਾਪੇ ਕਦੇ ਤੇਰੇ ਕੋਲੋਂ ਦਾਜ ਨਹੀਂ ਮੰਗਣਗੇ। ਕਹਿਣ ਲੱਗੀ, ਉਹ ਕੀ ਚੀਜ਼ ਹੈ? ਕਹਿੰਦੇ ਪੁੱਤ ਕਾਹਲੀ ਨਾ ਪੈ, ਸਵੇਰੇ ਦੱਸ ਦਿਆਂਗਾ ਨਾ। ਕਹਿਣ ਲੱਗੀ ਠੀਕ ਹੈ। ਸਵੇਰੇ ਉੱਠ ਕੇ ਇਸ਼ਨਾਨ ਪਾਨ ਕੀਤਾ, ਸ਼ੁਕਰ ਕੀਤਾ ਰੱਬ ਦਾ, ਤੇ ਬਾਪੂ ਜੋਗਾ ਇੱਕ ਕੱਪ ਚਾਹ ਦਾ ਤੇ ਕੱਪੜਾ ਲੈ ਕੇ ਥਾਲੀ 'ਚ ਰੱਖ ਕੇ ਉੱਤੇ ਚੁਬਾਰੇ ਦੀ ਗਈ ਹੈ। ਬੂਹਾ ਖੜਕਾਉਂਦੀ ਹੈ, ਅੰਦਰੋਂ ਆਵਾਜ਼ ਨਹੀਂ ਆਈ। ਆਖਰਕਾਰ ਖਿੜਕੀ ਨੂੰ ਹੱਥ ਲਾ ਕੇ ਦੇਖਿਆ, ਖਿੜਕੀ ਖੁੱਲ ਗਈ। ਜਦੋਂ ਖਿੜਕੀ ਖੁੱਲੀ, ਉਦੋਂ ਉਹ ਚਾਹ ਵਾਲਾ ਜਿਹੜਾ ਥਾਲ ਸੀ ਜਿਹਦੇ 'ਚ 2 ਕੱਪ ਰੱਖੇ ਸਨ, ਥੱਲੇ ਸੁੱਟ ਦਿੱਤਾ। ਰੌਲਾ ਪਾਉਣ ਲੱਗ ਗਈ, ਉਹ ਭੱਜ ਕੇ ਆਵੋ, ਉਹ ਬਾਪੂ ਦੀ ਲਾਸ਼ ਲਟਕਦੀ ਉਹ ਪੱਖੇ ਦੇ ਨਾਲ। ਜਦੋਂ ਬਾਪੂ ਨੂੰ ਅੰਦਰੋਂ ਕੱਢਿਆ, ਉਹਦੀ ਜੇਬ 'ਚ ਇੱਕ ਪਰਚੀ ਪਾਈ ਹੋਈ ਸੀ, ਧੀਏ ਤੇਰੇ ਦਾਜ ਵਿੱਚ ਸਿਰਫ ਬਾਪੂ ਦੀ ਜਾਨ ਰਹਿ ਗਈ ਸੀ ਦੇਣ ਨੂੰ। ਅੱਜ ਮੈਂ ਤੇਰੇ ਦਾਜ ਵਿੱਚ ਆਪਣੀ ਜਾਨ ਵੀ ਦੇਣ ਲੱਗਾ ਤੇ ਮੈਨੂੰ ਲੱਗਦਾ ਮੁੜ ਕੇ ਤੇਰੇ ਮਾਪੇ ਤੇਰੇ ਦਾਜ ਨਹੀਂ ਮੰਗਣਗੇ। ਹੱਥ ਜੋੜ ਬੇਨਤੀ ਕਰਾਂ, ਕਦੇ ਬਾਪ ਕੋਲ ਬੈਠ ਕੇ ਤਾਂ ਦੇਖੋ ਨੇ ਕਿੰਨੇ ਦੁੱਖ ਝੱਲ ਕੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ। ਸਵਾਸ ਬਾਪ ਜਿਹੜਾ ਉਹ ਆਪਣੀ ਔਲਾਦ ਦਾ ਸੁੱਖ ਮੰਗਦਾ ਹੈ। ਰਹਿੰਦੇ ਸ਼ਬਦ ਦੀਆਂ ਪੰਕਤੀਆਂ ਪੂਰੀਆਂ ਕਰ ਦਈਏ। ਸਤਿਗੁਰੂ ਆਖਦੇ ਨੇ, ਤਿਸ ਪਿਤਾ ਪਰ ਹਉ ਕਿਉਂ ਕਰ ਜਾਈ। ਉਸ ਪਿਤਾ ਦੇ ਉੱਤੇ ਮੈਂ ਬਲ ਜਾਣਾ, ਕੁਰਬਾਨ ਜਾਣਾ। ਮੈਨੂੰ ਮੇਰੇ ਪਿਤਾ ਨੇ ਦੱਸਿਆ ਵੀ ਮੈਂ ਪਿਤਾ ਦੇ ਨੇੜੇ ਕਿਵੇਂ ਹੋ ਸਕਦਾ। ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਸਤਿਗੁਰੂ ਨੂੰ ਮਿਲ ਕੇ ਮੈਨੂੰ ਉਹ ਰਸਤਾ ਲੱਭਿਆ। ਜਗਤ ਪਿਤਾ ਮੇਰੇ ਮਨ ਪਾਇਆ। ਹੁਣ ਮੈਨੂੰ ਮੇਰਾ ਪਿਤਾ ਪਿਆਰਾ ਲੱਗਣ ਲੱਗ ਗਿਆ ਜਦੋਂ ਮੈਨੂੰ ਪਿਤਾ ਦੇ ਪਰਉਪਕਾਰ ਚੇਤੇ ਆਏ। ਹਉ ਪੂਤ ਤੇਰਾ ਤੂੰ ਬਾਪ ਮੇਰਾ। ਅੱਜ ਸ਼ੁਕਰ ਵਿੱਚ ਭਿੱਜ ਕੇ ਕਿਹਾ, ਤੂੰ ਮੇਰਾ ਪਿਤਾ। ਮੈਨੂੰ ਅੱਜ ਪਤਾ ਲੱਗਿਆ ਸਤਿਗੁਰੂ ਮੈਂ ਬੱਚਾ ਤੇਰਾ, ਏਕੈ ਠਾਹਰ ਦੋਹੋਂ ਬਸੇਰਾ। ਇੱਕੋ ਹੀ ਥਾਂ ਦੇ ਉੱਤੇ ਆਪਣਾ ਟਿਕਾਣਾ ਹੈ। ਕਹੋ ਕਬੀਰ ਜਨ ਏਕੈ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਮੈਨੂੰ ਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਪਤਾ ਲੱਗ ਗਿਆ। ਮੈਂ ਹੁਣ ਇੱਕ ਦੇ ਚਰਨਾਂ ਵਿੱਚ ਜੁੜਦਾ। ਬਾਪ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।